ਤੁਹਾਡਾ ਸਾਰਿਆਂ ਦਾ ਹਾਊ ਟੂ ਸਿੰਪਲੀਫਾਈ ਐਜੂਕੇਸ਼ਨ ਚੈਨਲ 'ਤੇ ਬਹੁਤ-ਬਹੁਤ ਸਵਾਗਤ ਹੈ ਜੀ। ਇਸ ਚੈਨਲ 'ਤੇ ਤੁਹਾਨੂੰ ਮਿਲਣਗੇ ਪੰਜਾਬ ਦੇ ਵਿੱਚ ਹੋਣ ਵਾਲੇ ਐਗਜ਼ਾਮਸ ਦਾ ਰਿਲੇਟਡ ਸਾਰੇ ਇੰਪੋਰਟੈਂਟ ਨੋਟਸ ਅਤੇ ਨੋਟਸ ਸੰਬੰਧੀ ਡਿਟੇਲਸ ਲਈ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲੈਣਾ ਜੀ। ਲਿੰਕ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪ੍ਰੋਵਾਈਡ ਕਰ ਦੇਵਾਂਗੇ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪਲਾਸੀ ਅਤੇ ਬਕਸਰ ਦੇ ਯੁੱਧ ਨਾਲ ਰਿਲੇਟਡ ਸਾਰੇ ਇੰਪੋਰਟੈਂਟ ਕੁਐਸਚਨਸ ਜੋ ਪਿਛਲੇ ਸਾਲਾਂ ਦੇ ਵਿੱਚ ਵਾਰ-ਵਾਰ ਰਿਪੀਟ ਹੋਏ ਨੇ। ਬਹੁਤ ਹੀ ਇੰਪੋਰਟੈਂਟ ਇਹ ਟੌਪਿਕ ਹੈ ਅਤੇ ਇਸ ਵੀਡੀਓ ਨੂੰ ਤੁਸੀਂ ਦੇਖਣ ਤੋਂ ਬਾਅਦ ਸਾਰੇ ਹੀ ਕੁਐਸਚਨ ਤੁਸੀਂ ਬੜੀ ਆਸਾਨੀ ਨਾਲ ਸਟੈਪ ਵਾਈਜ਼ ਤੁਸੀਂ ਲਰਨ ਕਰ ਸਕਦੇ ਹੋ। ਟਾਈਮ ਦੀ ਕਮੀ ਕਰਕੇ ਅਸੀਂ ਇਹਨਾਂ ਕੁਐਸਚਨਸ ਨੂੰ ਟਾਈਪ ਤਾਂ ਨਹੀਂ ਕਰ ਸਕੇ, ਇਸ ਕਰਕੇ ਹੱਥ ਨਾਲ ਹੀ ਲਿਖੇ ਹੈ, ਪਰ ਕੁਐਸਚਨ ਸਾਰੇ ਹੀ ਬਹੁਤ ਹੀ ਇੰਪੋਰਟੈਂਟ ਨੇ। ਜੇਕਰ ਤੁਹਾਨੂੰ ਵੀਡੀਓ ਦੀ ਕੁਆਲਿਟੀ ਘੱਟ ਲੱਗਦੀ ਹੈ ਤਾਂ ਤੁਸੀਂ ਉੱਪਰ 3 ਡਾਟ 'ਤੇ ਕਲਿੱਕ ਕਰਕੇ ਵੀਡੀਓ ਦੀ ਕੁਆਲਿਟੀ ਨੂੰ ਵਧਾ ਲੈਣਾ ਹੈ, ਜਿਸ ਨਾਲ ਤੁਹਾਨੂੰ ਸਾਰੇ ਕੁਐਸਚਨ ਸਾਫ਼-ਸਾਫ਼ ਦਿਖਾਈ ਦੇਣਗੇ। ਸਭ ਤੋਂ ਪਹਿਲਾ ਕੁਐਸਚਨ ਹੈ ਜੀ, ਪਲਾਸੀ ਕਿਸ ਨਦੀ ਦੇ ਤੱਟ 'ਤੇ ਸਥਿਤ ਹੈ? ਫੋਰ ਆਪਸ਼ਨਸ ਨੇ ਹੁਗਲੀ ਨਦੀ, ਭਾਗੀਰਥੀ ਨਦੀ, ਦਮੋਦਰ ਨਦੀ, ਬਰਾਕਰ ਨਦੀ। ਅਤੇ ਇਸ ਦਾ ਰਾਈਟ ਆਪਸ਼ਨ ਹੈ ਜੀ ਭਾਗੀਰਥੀ ਨਦੀ। ਜੋ ਪਲਾਸੀ ਹੈ ਇਹ ਭਾਗੀਰਥੀ ਨਦੀ ਦੇ ਕੰਢੇ 'ਤੇ ਸਥਿਤ ਹੈ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਪਲਾਸੀ ਦਾ ਯੁੱਧ ਮੈਦਾਨ ਕਿੱਥੇ ਸਥਿਤ ਹੈ? ਫੋਰ ਆਪਸ਼ਨਸ ਨੇ ਬਿਹਾਰ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ। ਅਤੇ ਇਸ ਦਾ ਰਾਈਟ ਆਪਸ਼ਨ ਹੈ ਜੋ ਪਲਾਸੀ ਦਾ ਯੁੱਧ ਮੈਦਾਨ ਹੈ ਉਹ ਪੱਛਮੀ ਬੰਗਾਲ ਦੇ ਵਿੱਚ ਸਥਿਤ ਹੈ। ਨੈਕਸਟ ਕੁਐਸਚਨ ਹੈ, ਅੰਗਰੇਜ਼ੀ ਸ਼ਾਸਨ ਕਾਲ ਸਮੇਂ ਕਿਹੜਾ ਖੇਤਰ ਅਫੀਮ ਅਤੇ ਸ਼ੋਰੇ ਲਈ ਪ੍ਰਸਿੱਧ ਸੀ? ਅੰਗਰੇਜ਼ੀ ਸ਼ਾਸਨ ਕਾਲ ਦੇ ਸਮੇਂ ਜੋ ਅਫੀਮ ਅਤੇ ਸ਼ੋਰੇ ਲਈ ਪ੍ਰਸਿੱਧ ਸੀ ਉਹ ਸੀ ਬਿਹਾਰ। ਨੈਕਸਟ ਕੁਐਸਚਨ ਹੈ, ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦਾ ਸੰਸਥਾਪਕ ਸੀ? ਫੋਰ ਆਪਸ਼ਨਸ ਨੇ ਹੇਸਟਿੰਗ, ਕਲਾਈਵ, ਬੈਂਟਿੰਗ, ਮੁਨਰੋ। ਤਾਂ ਇਸ ਦਾ ਰਾਈਟ ਆਪਸ਼ਨ ਹੈ ਜੋ ਬ੍ਰਿਟਿਸ਼ ਸਾਮਰਾਜ ਦਾ ਸੰਸਥਾਪਕ ਹੈ ਉਹ ਰੋਬਰਟ ਕਲਾਈਵ ਨੂੰ ਮੰਨਿਆ ਜਾਂਦਾ ਹੈ। ਆਪਸ਼ਨ ਬੀ ਕਰੈਕਟ ਹੈ। ਨੈਕਸਟ ਦੇਖਦੇ ਹਾਂ ਜੀ। ਨੈਕਸਟ ਕੁਐਸਚਨ ਹੈ, ਕਿਸ ਨੂੰ ਸਵਰਗ ਤੋਂ ਉਤਪੰਨ ਸੈਨਾਨਾਇਕ ਕਿਹਾ ਗਿਆ ਹੈ? ਫੋਰ ਆਪਸ਼ਨਸ ਨੇ ਅਲਬੁਕਰਕ, ਕਲਾਈਵ, ਡੁਪਲੇ, ਕਾਰਨਵਾਲਿਸ। ਅਤੇ ਰਾਈਟ ਆਪਸ਼ਨ ਹੈ ਰੋਬਰਟ ਕਲਾਈਵ। ਨੈਕਸਟ ਕੁਐਸਚਨ ਹੈ, ਬੰਗਾਲ ਦੇ ਕਿਸ ਨਵਾਬ ਨੇ ਯੂਰਪੀਅਨ ਦੀ ਤੁਲਨਾ ਮਧੂ ਮੱਖੀਆਂ ਨਾਲ ਕੀਤੀ ਸੀ? ਫੋਰ ਆਪਸ਼ਨਸ ਨੇ ਜਾਫਰ, ਕਾਸਿਮ, ਸਿਰਾਜੁਦੌਲਾ। ਪਰ ਜੋ ਇਸ ਦਾ ਰਾਈਟ ਆਪਸ਼ਨ ਹੈ ਉਹ ਹੈ ਅਲਵਰਦੀ ਖਾਂ। ਅਲਵਰਦੀ ਖਾਂ ਦਾ ਜੋ ਸ਼ਾਸਨ ਕਾਲ ਰਿਹਾ ਹੈ ਉਹ 1740 ਤੋਂ 56 ਤੱਕ ਰਿਹਾ ਹੈ। ਅਤੇ 56 ਦੇ ਵਿੱਚ ਤੁਹਾਨੂੰ ਪਤਾ ਹੀ ਆ ਸਿਰਾਜੁਦੌਲਾ ਆ ਗਏ ਸਨ, ਜੋ ਬੰਗਾਲ ਦੇ ਨਵਾਬ ਬਣੇ ਸਨ ਸਿਰਾਜੁਦੌਲਾ। ਅਤੇ ਜੋ ਸਿਰਾਜੁਦੌਲਾ ਸਨ ਉਹ ਅਲਵਰਦੀ ਖਾਂ ਦੇ ਦੋਹਤੇ ਸਨ, ਜਾਣੀ ਕਿ ਜੋ ਅਲਵਰਦੀ ਖਾਂ ਦੀ ਜੋ ਲੜਕੀ ਸੀ ਉਸਦੇ ਪੁੱਤਰ ਸਨ ਸਿਰਾਜੁਦੌਲਾ। ਅਲਵਰਦੀ ਖਾਂ ਦਾ ਕੋਈ ਵੀ ਬੇਟਾ ਨਹੀਂ ਸੀ, ਇਸ ਲਈ ਆਪਣੇ ਦੋਹਤੇ ਨੂੰ ਉਹਨਾਂ ਨੇ ਨਵਾਬ ਬਣਾਇਆ ਸੀ। ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਕਿਸ ਦੇ ਕਾਲ ਵਿੱਚ ਬਲੈਕ ਹੋਲ ਦੀ ਘਟਨਾ ਹੋਈ? ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜੋ ਬਲੈਕ ਹੋਲ ਦੀ ਘਟਨਾ ਹੈ ਉਹ 20 ਜੂਨ 1756 ਦੇ ਵਿੱਚ ਹੋਈ ਸੀ। ਅਤੇ ਇਹ ਜੋ ਬਲੈਕ ਹੋਲ ਦੀ ਘਟਨਾ ਸੀ ਇਹ ਸਿਰਾਜੁਦੌਲਾ ਦੇ ਸਮੇਂ ਵਿੱਚ ਹੋਈ ਸੀ, ਜੋ ਉਸ ਸਮੇਂ ਬੰਗਾਲ ਦਾ ਨਵਾਬ ਸੀ। ਨੈਕਸਟ ਦੇਖਦੇ ਹਾਂ ਜੀ। ਨੈਕਸਟ ਹੈ, ਸਿਰਾਜੁਦੌਲਾ ਅਤੇ ਰੋਬਰਟ ਕਲਾਈਵ ਦਰਮਿਆਨ 9 ਫਰਵਰੀ 1757 ਨੂੰ ਸੰਧੀ ਹੋਈ। ਤਾਂ 9 ਫਰਵਰੀ 1757 ਨੂੰ ਕਿਹੜੀ ਸੰਧੀ ਹੋਈ ਸੀ ਸਿਰਾਜੁਦੌਲਾ ਅਤੇ ਰੋਬਰਟ ਕਲਾਈਵ ਦੇ ਦਰਮਿਆਨ? ਕਲਕੱਤਾ ਸੰਧੀ, ਢਾਕਾ, ਫੈਜ਼ਾਬਾਦ। ਤਾਂ ਇਸ ਦਾ ਰਾਈਟ ਆਪਸ਼ਨ ਹੈ ਜੀ ਅਲੀ ਨਗਰ ਦੀ ਸੰਧੀ। ਜੋ ਅਲੀ ਨਗਰ ਦੀ ਸੰਧੀ ਸੀ ਇਹ ਤੁਸੀਂ ਯਾਦ ਰੱਖਣਾ ਪਲਾਸੀ ਦੀ ਲੜਾਈ ਤੋਂ ਪਹਿਲਾਂ ਹੀ ਹੋ ਗਈ ਸੀ। 9 ਫਰਵਰੀ 1757 ਨੂੰ ਪਲਾਸੀ ਦੀ ਲੜਾਈ ਤੋਂ ਪਹਿਲਾਂ ਵੀ ਇੱਕ ਸੰਧੀ ਹੋਈ ਸੀ ਸਿਰਾਜੁਦੌਲਾ ਅਤੇ ਰੋਬਰਟ ਕਲਾਈਵ ਦੇ ਵਿੱਚ, ਜਿਸ ਦੇ ਵਿੱਚ ਇਹਨਾਂ ਨੇ ਸਮਝੌਤਾ ਕੀਤਾ ਸੀ, ਵਪਾਰਕ ਸਮਝੌਤੇ ਵੀ ਸਨ। ਪਰ ਇਸ ਸੰਧੀ ਤੋਂ ਬਾਅਦ ਹੀ ਜੋ ਪਲਾਸੀ ਲੜਾਈ ਆ ਉਹ ਇਸ ਤੋਂ ਬਾਅਦ ਹੋਈ ਹੈ। ਨੈਕਸਟ ਹੈ, ਅਲੀ ਨਗਰ ਦੀ ਸੰਧੀ ਕਿਹਨਾਂ ਵਿਚਕਾਰ ਹੋਈ? ਫੋਰ ਆਪਸ਼ਨਸ ਨੇ ਰਾਈਟ ਆਪਸ਼ਨ ਤੁਹਾਨੂੰ ਪਤਾ ਹੀ ਹੈ ਸਿਰਾਜੁਦੌਲਾ ਅਤੇ ਕਲਾਈਵ ਦੇ ਦਰਮਿਆਨ ਇਹ ਸੰਧੀ ਹੋਈ ਸੀ। ਨੈਕਸਟ ਹੈ, ਪਲਾਸੀ ਦਾ ਯੁੱਧ ਕਦੋਂ ਹੋਇਆ? ਜੋ ਪਲਾਸੀ ਦਾ ਯੁੱਧ ਸੀ ਫੋਰ ਆਪਸ਼ਨਸ ਦਿੱਤੇ ਗਏ ਹਨ, ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਜੀ। ਰਾਈਟ ਆਪਸ਼ਨ ਹੈ 23 ਜੂਨ 1757 ਨੂੰ ਪਲਾਸੀ ਦਾ ਯੁੱਧ ਹੋਇਆ ਸੀ। ਨੈਕਸਟ ਹੈ, ਸਿਰਾਜੁਦੌਲਾ ਕਿਹੜੇ ਯੁੱਧ ਵਿੱਚ ਕਲਾਈਵ ਤੋਂ ਹਾਰਿਆ ਸੀ? ਤਾਂ ਸਿਰਾਜੁਦੌਲਾ ਪਲਾਸੀ ਦਾ ਜੋ ਯੁੱਧ ਸੀ ਉਹਦੇ ਵਿੱਚ ਕਲਾਈਵ ਤੋਂ ਹਾਰਿਆ ਸੀ। ਸਾਰੇ ਹੀ ਕੁਐਸਚਨ ਬਹੁਤ ਇੰਪੋਰਟੈਂਟ ਨੇ ਜੀ। ਸਾਰੀ ਵੀਡੀਓ ਦੇਖਣਾ। ਤੁਹਾਡੇ ਟੌਪਿਕ ਹੈ ਪਲਾਸੀ ਅਤੇ ਬਕਸਰ ਦੀ ਲੜਾਈ।
ਪੂਰੀ ਤਰ੍ਹਾਂ ਤੁਹਾਡਾ ਟੌਪਿਕ ਕਲੀਅਰ ਹੋ ਜਾਵੇਗਾ। ਪਿਛਲੇ ਸਾਲਾਂ ਦੇ ਸਾਰੇ ਹੀ ਇੰਪੋਰਟੈਂਟ ਕੁਐਸਚਨ ਅਸੀਂ ਸਟੈਪ ਵਾਈਜ਼ ਇਸ ਦੇ ਵਿੱਚ ਸਿਲੈਕਟ ਕੀਤੇ ਹਨ। ਨੈਕਸਟ ਹੈ ਪਲਾਸੀ ਦੇ ਯੁੱਧ ਦੀ ਜਿੱਤ ਤੋਂ ਬਾਅਦ ਰੌਬਰਟ ਕਲਾਈਵ ਨੂੰ ਕੀ ਦਿੱਤਾ ਗਿਆ ਸੀ ਅੰਗਰੇਜ਼ਾਂ ਵੱਲੋਂ। ਤਾਂ ਰੌਬਰਟ ਕਲਾਈਵ ਨੂੰ ਜੋ ਮਿਲਿਆ ਸੀ ਉਹ ਹੈ ਜੀ ਆਪਸ਼ਨ ਨੰਬਰ ਜੋ 4 ਹੈ ਡੀ ਆਪਸ਼ਨ, ਬੰਗਾਲ ਦਾ ਗਵਰਨਰ ਦੇ ਨਿਯੁਕਤ ਹੋਇਆ ਸੀ ਰੌਬਰਟ ਕਲਾਈਵ। ਪਲਾਸੀ ਦੇ ਜੋ ਯੁੱਧ ਸੀਗਾ ਉਹਦੀ ਜਿੱਤ ਦਾ ਨੂੰ ਇਨਾਮ ਮਿਲਿਆ ਸੀ। ਨੈਕਸਟ ਹੈ ਪਲਾਸੀ ਦੇ ਯੁੱਧ ਤੋਂ ਬਾਅਦ ਬੰਗਾਲ ਦਾ ਨਵਾਬ ਕਿਸ ਨੂੰ ਬਣਾਇਆ ਗਿਆ ਸੀ। ਤਾਂ ਪਲਾਸੀ ਦੇ ਯੁੱਧ ਤੋਂ ਬਾਅਦ ਜੋ ਬੰਗਾਲ ਦਾ ਨਵਾਬ ਬਣਾਇਆ ਗਿਆ ਸੀ ਉਹ ਮੀਰ ਜਾਫਰ ਨੂੰ ਬਣਾਇਆ ਗਿਆ ਸੀ, ਕਿਉਂਕਿ ਮੀਰ ਜਾਫਰ ਦੀ ਗਰਦਾਰੀ ਦੇ ਕਾਰਨ ਹੀ ਸਿਰਾਜੁਦੌਲਾ ਹਾਰ ਗਿਆ ਸੀ ਅਤੇ ਅੰਗਰੇਜ਼ਾਂ ਨੇ ਉਸ ਦਾ ਤੋਹਫਾ ਦਿੰਦੇ ਹੋਏ ਅੰਗਰੇਜ਼ਾਂ ਨੇ ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਨਿਯੁਕਤ ਕੀਤਾ ਸੀ। ਨੈਕਸਟ ਕੁਐਸਚਨ ਹੈ ਜੀ ਬਕਸਰ ਦੇ ਯੁੱਧ ਸਮੇਂ ਅੰਗਰੇਜ਼ੀ ਸੈਨਾ ਦੀ ਅਗਵਾਈ ਕਿਸ ਨੇ ਕੀਤੀ ਸੀ। 4 ਆਪਸ਼ਨਸ ਨੇ ਕਲਾਈਵ ਮੁਨਰੋ, ਸਟੂਅਰਟ, ਮੀਡੋਜ਼। ਰਾਈਟ ਆਪਸ਼ਨ ਹੈ ਹੈਕਟਰ ਮੁਨਰੋ। ਜੋ ਹੈਕਟਰ ਮੁਨਰੋ ਸੀ ਉਸਨੇ ਬਕਸਰ ਦੇ ਯੁੱਧ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਕੀਤੀ ਸੀ ਅਤੇ ਜੋ ਪਲਾਸੀ ਦੇ ਯੁੱਧ ਦੇ ਵਿੱਚ ਅੰਗਰੇਜ਼ਾਂ ਦੀ ਅਗਵਾਈ ਸੀ ਉਹ ਰੌਬਰਟ ਕਲਾਈਵ ਨੇ ਕੀਤੀ ਸੀ। ਪਰ ਇੱਥੇ ਪੁੱਛਿਆ ਜਾ ਰਿਹਾ ਬਕਸਰ ਦੇ ਯੁੱਧ ਵਿੱਚ ਅੰਗਰੇਜ਼ੀ ਸੈਨਾ ਦੀ ਅਗਵਾਈ ਹੈਕਟਰ ਮੁਨਰੋ ਨੇ ਕੀਤੀ ਸੀ। ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਬਕਸਰ ਦਾ ਯੁੱਧ ਲੜਿਆ ਗਿਆ। ਤਾਂ ਤੁਸੀਂ ਦੱਸਣਾ ਜੀ ਬਕਸਰ ਦਾ ਯੁੱਧ ਕਦੋਂ ਲੜਿਆ ਗਿਆ। 4 ਆਪਸ਼ਨਸ ਦਿੱਤੇ ਗਏ ਹਨ ਅਤੇ ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਬੀ 22 ਅਕਤੂਬਰ 1764। 22 ਅਕਤੂਬਰ 1764 ਨੂੰ ਬਕਸਰ ਦਾ ਯੁੱਧ ਲੜਿਆ ਗਿਆ। ਡੇਟ ਤੁਸੀਂ ਯਾਦ ਰੱਖਣੀ ਹੈ 22 ਅਕਤੂਬਰ 1764 ਨੂੰ ਬਕਸਰ ਦਾ ਯੁੱਧ ਲੜਿਆ ਗਿਆ। ਨੈਕਸਟ ਹੈ ਬਕਸਰ ਦੇ ਯੁੱਧ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ। 4 ਆਪਸ਼ਨਸ ਨੇ ਔਰੰਗਜ਼ੇਬ, ਸ਼ਾਹ ਆਲਮ 1, ਬਹਾਦਰ ਸ਼ਾਹ ਜ਼ਫਰ, ਸ਼ਾਹ ਆਲਮ 2। ਤਾਂ ਇਸ ਦਾ ਰਾਈਟ ਆਪਸ਼ਨ ਹੈ ਜੀ ਬਕਸਰ ਦੇ ਯੁੱਧ ਸਮੇਂ ਦਿੱਲੀ ਦਾ ਸ਼ਾਸਕ ਸੀ ਸ਼ਾਹ ਆਲਮ ਦੂਜਾ। ਸ਼ਾਹ ਆਲਮ ਦੂਜੇ ਨੇ ਵੀ ਅੰਗਰੇਜ਼ਾਂ ਦੇ ਵਿਰੁੱਧ ਬਕਸਰ ਦੇ ਜੋ ਯੁੱਧ ਹੋਇਆ ਸੀ ਉਸ ਦੇ ਵਿੱਚ ਹਿੱਸਾ ਲਿਆ ਸੀ ਅੰਗਰੇਜ਼ਾਂ ਦੇ ਵਿਰੁੱਧ ਸ਼ਾਹ ਆਲਮ ਦੂਜੇ ਨੇ। ਅਤੇ ਇੱਥੇ ਪੁੱਛਿਆ ਜਾ ਰਿਹਾ ਬਕਸਰ ਦੇ ਯੁੱਧ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ। ਦਿੱਲੀ ਦਾ ਸ਼ਾਸਕ ਸੀ ਸ਼ਾਹ ਆਲਮ ਦੂਜਾ। ਨੈਕਸਟ ਹੈ ਬਕਸਰ ਦੇ ਯੁੱਧ ਸਮੇਂ ਬੰਗਾਲ ਦਾ ਨਵਾਬ ਕੌਣ ਸੀ। ਅਤੇ ਜਦੋਂ ਬਕਸਰ ਦਾ ਯੁੱਧ ਹੋਇਆ ਸੀ ਉਸ ਸਮੇਂ ਬੰਗਾਲ ਦਾ ਨਵਾਬ ਸੀ ਮੀਰ ਕਾਸਿਮ। ਮੀਰ ਕਾਸਿਮ ਬਕਸਰ ਦੇ ਯੁੱਧ ਸਮੇਂ ਬੰਗਾਲ ਦਾ ਨਵਾਬ ਸੀ। ਮੀਰ ਜਾਫਰ ਤੋਂ ਬਾਅਦ ਮੀਰ ਕਾਸਿਮ ਬਣ ਗਿਆ ਸੀ ਅਤੇ ਬਕਸਰ ਦੇ ਯੁੱਧ ਸਮੇਂ ਅੰਗਰੇਜ਼ਾਂ ਵਿਰੁੱਧ ਮੀਰ ਕਾਸਿਮ ਲੜਿਆ ਸੀ। ਮੀਰ ਕਾਸਿਮ ਵੀ ਲੜਿਆ ਸੀ ਅਤੇ ਸ਼ਾਹ ਆਲਮ ਦੂਜਾ ਵੀ ਲੜਿਆ ਸੀ। ਇੱਥੇ ਪੁੱਛਿਆ ਗਿਆ ਸੀ ਬਕਸਰ ਦੇ ਯੁੱਧ ਸਮੇਂ ਬੰਗਾਲ ਦਾ ਨਵਾਬ ਕੌਣ ਸੀ। ਬੰਗਾਲ ਦਾ ਨਵਾਬ ਸੀ ਮੀਰ ਕਾਸਿਮ। ਨੈਕਸਟ ਹੈ ਬਕਸਰ ਦੇ ਯੁੱਧ ਸਮੇਂ ਅਵਧ ਦਾ ਨਵਾਬ ਸੀ। 4 ਆਪਸ਼ਨਸ ਨੇ ਜੀ ਤਾਂ ਇਹਨਾਂ 4 ਆਪਸ਼ਨਸ ਦੇ ਵਿੱਚੋਂ ਜੋ ਰਾਈਟ ਆਪਸ਼ਨ ਹੈ ਉਹ ਹੈ ਸਜਾਊਦੌਲਾ। ਸਿਰਾਜੂਦੌਲਾ ਅਤੇ ਸਜਾਊਦੌਲਾ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੋਣਾ, ਦੋਨੋਂ ਅਲੱਗ-ਅਲੱਗ ਨੇ। ਸਿਰਾਜੂਦੌਲਾ ਸੀ ਜੋ ਉਹ ਬੰਗਾਲ ਦਾ ਨਵਾਬ ਸੀ ਅਤੇ ਜੋ ਸਜਾਊਦੌਲਾ ਹੈ ਇਹ ਅਵਧ ਦੇ ਨਵਾਬ ਦੀ ਗੱਲ ਹੋ ਰਹੀ ਹੈ ਇੱਥੇ, ਕਿਉਂਕਿ ਅਵਧ ਦੇ ਨਵਾਬ ਨੇ ਵੀ ਬਕਸਰ ਦੇ ਯੁੱਧ ਦੇ ਵਿੱਚ ਹਿੱਸਾ ਲਿਆ ਸੀ ਅਤੇ ਅਵਧ ਦੇ ਨਵਾਬ ਬਾਰੇ ਪੁੱਛਿਆ ਗਿਆ ਸੀ। ਅਵਧ ਦਾ ਨਵਾਬ ਸੀ ਸਜਾਊਦੌਲਾ। ਬਕਸਰ ਦੇ ਯੁੱਧ ਵਿੱਚ ਇਹਨਾਂ ਤਿੰਨਾਂ ਨੇ ਜੋ ਦਿੱਲੀ ਦਾ ਸ਼ਾਸਕ ਸੀ ਸ਼ਾਹ ਆਲਮ ਦੂਜਾ, ਬੰਗਾਲ ਦਾ ਨਵਾਬ ਸੀ ਉਸ ਸਮੇਂ ਦਾ ਜੋ ਮੀਰ ਕਾਸਿਮ ਅਤੇ ਜੋ ਅਵਧ ਦਾ ਨਵਾਬ ਸੀ ਸਜਾਊਦੌਲਾ, ਇਹਨਾਂ ਤਿੰਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਲੜੇ ਸੀ ਇਹ ਬਕਸਰ ਦੇ ਯੁੱਧ ਦੇ ਵਿੱਚ। ਨੈਕਸਟ ਦੇਖਦੇ ਹਾਂ ਜੀ ਬਕਸਰ ਦੇ ਯੁੱਧ ਵਿੱਚ ਮਿੱਤਰ ਸਨ। ਤਾਂ ਜੋ ਬਕਸਰ ਦੇ ਯੁੱਧ ਵਿੱਚ ਕੌਣ ਮਿੱਤਰ ਸਨ ਜੋ ਤਿੰਨੇ ਇਕੱਠੇ ਹੋ ਕੇ ਅੰਗਰੇਜ਼ਾਂ ਵਿਰੁੱਧ ਲੜੇ ਸਨ। ਤਾਂ ਆਪਾਂ ਪਿੱਛੇ ਵੀ ਕੁਐਸਚਨ ਪੜ੍ਹੇ ਸੀ ਅਤੇ 4 ਆਪਸ਼ਨਸ ਤੁਹਾਨੂੰ ਦਿੱਤੇ ਗਏ ਹਨ ਅਤੇ ਇਹਨਾਂ ਆਪਸ਼ਨਸ ਦੇ ਵਿੱਚੋਂ ਆਪਸ਼ਨ ਨੰਬਰ ਸੀ ਕਰੈਕਟ ਹੈ। ਅਵਧ ਦਾ ਨਵਾਬ, ਬੰਗਾਲ ਦਾ ਨਵਾਬ ਅਤੇ ਮੁਗਲ ਸਮਰਾਟ ਇਹ ਤਿੰਨੇ ਸਨ ਅੰਗਰੇਜ਼ਾਂ ਵਿਰੁੱਧ ਬਕਸਰ ਦੇ ਯੁੱਧ ਵਿੱਚ ਮਿੱਤਰ ਸਨ ਅਤੇ ਅੰਗਰੇਜ਼ਾਂ ਵਿਰੁੱਧ ਲੜੇ ਸਨ। ਨੈਕਸਟ ਹੈ ਬਕਸਰ ਯੁੱਧ ਵਿੱਚ ਅੰਗਰੇਜ਼ਾਂ ਵਿਰੁੱਧ ਲੜੇ। ਅੰਗਰੇਜ਼ਾਂ ਵਿਰੁੱਧ ਕੌਣ ਕੌਣ ਲੜੇ ਸਨ ਆਪਾਂ ਦੇਖ ਹੀ ਚੁੱਕੇ ਹਾਂ। ਅਵਧ ਦਾ ਨਵਾਬ ਸੀ ਸਜਾਊਦੌਲਾ ਉਹ ਲੜਿਆ ਸੀ, ਬੰਗਾਲ ਦਾ ਨਵਾਬ ਮੀਰ ਕਾਸਿਮ ਲੜਿਆ ਸੀ ਅਤੇ ਦਿੱਲੀ ਦਾ ਮੁਗਲ ਸਮਰਾਟ ਸ਼ਾਹ ਆਲਮ ਦੂਜਾ ਲੜਿਆ ਸੀ। ਆਪਸ਼ਨ ਨੰਬਰ ਸੀ ਕਰੈਕਟ ਹੋਵੇਗਾ। ਮੀਰ ਕਾਸਿਮ, ਸਜਾਊਦੌਲਾ ਅਤੇ ਸ਼ਾਹ ਆਲਮ 2। ਜੋ ਮੀਰ ਕਾਸਿਮ ਸੀ ਉਹ ਬੰਗਾਲ ਦਾ ਨਵਾਬ ਸੀ, ਜੋ ਸਜਾਊਦੌਲਾ ਸੀ ਉਹ ਅਵਧ ਦਾ ਨਵਾਬ ਸੀ, ਸ਼ਾਹ ਆਲਮ 2 ਦਿੱਲੀ ਦਾ ਮੁਗਲ ਸ਼ਾਸਕ ਸੀ। ਇਹ ਤਿੰਨ ਬਕਸਰ ਦੇ ਯੁੱਧ ਵਿੱਚ ਮਿੱਤਰ ਸਨ ਅਤੇ ਅੰਗਰੇਜ਼ਾਂ ਵਿਰੁੱਧ ਇਹ ਲੜੇ ਸਨ ਬਕਸਰ ਦੇ ਯੁੱਧ ਦੇ ਵਿੱਚ।
ਨੈਕਸਟ ਹੈ ਮੀਰ ਕਾਸਮ ਦੇ ਅੰਗਰੇਜ਼ਾਂ ਨਾਲ ਮਤਭੇਦ ਦੇ ਪ੍ਰਮੁੱਖ ਕਾਰਨ ਕੀ ਸੀ? ਇਹਦਾ ਪ੍ਰਮੁੱਖ ਕਾਰਨ ਸੀਗਾ ਜੀ ਉਹ ਸੀ ਵਪਾਰਕ ਕਰ। ਨੈਕਸਟ ਹੈ ਬਕਸਰ ਦੇ ਯੁੱਧ ਵਿੱਚ ਅੰਗਰੇਜ਼ਾਂ ਦੀ ਅਗਵਾਈ ਕੀਤੀ। ਤਾਂ ਬਕਸਰ ਦੇ ਯੁੱਧ ਦੇ ਵਿੱਚ ਅੰਗਰੇਜ਼ਾਂ ਦੀ ਅਗਵਾਈ ਕੀਤੀ ਸੀ ਹੈਕਟਰ ਮੁਨਰੋ ਨੇ। ਪਲਾਸੀ ਦੇ ਯੁੱਧ ਦੇ ਵਿੱਚ ਰੌਬਰਟ ਕਲਾਈਵ ਨੇ ਅਤੇ ਬਕਸਰ ਦੇ ਯੁੱਧ ਵਿੱਚ ਅੰਗਰੇਜ਼ਾਂ ਦੀ ਅਗਵਾਈ ਕੀਤੀ ਸੀ ਹੈਕਟਰ ਮੁਨਰੋ ਨੇ। ਨੈਕਸਟ ਕੁਐਸਚਨਸ ਦੇਖਦੇ ਹਾਂ ਜੀ। ਬਕਸਰ ਦੇ ਯੁੱਧ ਦਾ ਪ੍ਰਮੁੱਖ ਕਾਰਨ ਕੀ ਸੀ? ਜੋ ਬਕਸਰ ਦਾ ਯੁੱਧ ਲੜਿਆ ਗਿਆ ਉਹਦਾ ਪ੍ਰਮੁੱਖ ਕਾਰਨ ਕੀ ਸੀ? 4 ਆਪਸ਼ਨਸ ਦਿੱਤੇ ਗਏ ਹਨ। ਇਹਨਾਂ ਆਪਸ਼ਨਸ ਦੇ ਵਿੱਚੋਂ ਪਲਾਸੀ ਦੀ ਹਾਰ ਦਾ ਬਦਲਾ ਲੈਣਾ ਇਹ ਵੀ ਨਹੀਂ, ਦੂਸਰੇ 2 ਆਪਸ਼ਨ ਵੀ ਨਹੀਂ। ਆਪਸ਼ਨ ਨੰਬਰ ਏ ਕਰੈਕਟ ਹੈ। ਈਸਟ ਇੰਡੀਆ ਕੰਪਨੀ ਦੁਆਰਾ ਵਣਜ ਅਧਿਕਾਰਾਂ ਦਾ ਦੁਰਉਪਯੋਗ। ਜੋ ਵਪਾਰਕ ਅਧਿਕਾਰ ਸੀ ਉਹਨਾਂ ਦਾ ਦੁਰਉਪਯੋਗ ਕੀਤਾ ਜਾਂਦਾ ਸੀ ਈਸਟ ਇੰਡੀਆ ਕੰਪਨੀ ਦੁਆਰਾ, ਅਤੇ ਇਸੇ ਦੇ ਕਾਰਨ ਬਕਸਰ ਦਾ ਯੁੱਧ ਹੋਇਆ ਸੀ। ਕਿਸ ਨੇ ਆਪਣੀ ਰਾਜਧਾਨੀ ਮੁਰਸ਼ਿਦਾਬਾਦ ਤੋਂ ਮੁੰਗੇਰ ਕੀਤੀ? ਤਾਂ ਨੈਕਸਟ ਇਹ ਕੁਐਸਚਨ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਵਾਰ ਐਗਜ਼ਾਮ ਦੇ ਵਿੱਚ ਰਿਪੀਟ ਹੋਇਆ ਹੈ। ਜੋ ਮੁਰਸ਼ਿਦਾਬਾਦ ਤੋਂ ਮੁੰਗੇਰ ਆਪਣੀ ਰਾਜਧਾਨੀ ਬਣਾਈ ਸੀਗੀ ਉਹ ਬਣਾਈ ਸੀ ਜੀ ਮੀਰ ਕਾਸਮ ਨੇ। ਉਹਨੇ ਆਪਣੀ ਰਾਜਧਾਨੀ ਬਦਲ ਲਈ ਸੀ, ਮੁਰਸ਼ਿਦਾਬਾਦ ਤੋਂ ਮੁੰਗੇਰ ਕਰ ਲਈ ਸੀ। ਨੈਕਸਟ ਹੈ ਮੀਰ ਕਾਸਮ ਆਪਣੀ ਰਾਜਧਾਨੀ ਮੁਰਸ਼ਿਦਾਬਾਦ ਤੋਂ ਕਿੱਥੇ ਬਦਲ ਕੇ ਕਿੱਥੇ ਲੈ ਗਿਆ ਸੀ? ਤਾਂ ਉਹ ਲੈ ਗਿਆ ਸੀ ਜੀ ਮੁੰਗੇਰ ਦੇ ਵਿੱਚ। ਇਸ ਤਰ੍ਹਾਂ ਥੋੜ੍ਹੇ ਬਹੁਤੇ ਕੁਐਸਚਨ ਮੋਲਡ ਹੋ ਕੇ ਐਗਜ਼ਾਮ ਦੇ ਵਿੱਚ ਆਉਂਦੇ ਰਹਿੰਦੇ ਹਨ। ਨੈਕਸਟ ਦੇਖਦੇ ਹਾਂ ਜੀ। ਬੰਗਾਲ ਦੇ ਨਵਾਬ ਮੀਰ ਕਾਸਮ ਅਤੇ ਅੰਗਰੇਜ਼ਾਂ ਦਰਮਿਆਨ ਵਿਵਾਦ ਦਾ ਮੁੱਖ ਕਾਰਨ ਕੀ ਸੀ? 4 ਆਪਸ਼ਨਸ ਦਿੱਤੇ ਗਏ ਹਨ ਅਤੇ ਇਹਨਾਂ 4 ਆਪਸ਼ਨਾਂ ਦੇ ਵਿੱਚੋਂ ਜੋ ਰਾਈਟ ਆਪਸ਼ਨ ਹੈ ਉਹ ਹੈ ਆਪਸ਼ਨ ਨੰਬਰ ਬੀ, ਰਾਜਧਾਨੀ ਦਾ ਮੁੰਗੇਰ ਬਦਲੀ ਕਰਨਾ। ਜੋ ਕਾਸਿਮ ਨੇ ਸੀ ਆਪਣੀ ਰਾਜਧਾਨੀ ਮੁਰਸ਼ਿਦਾਬਾਦ ਤੋਂ ਮੁੰਗੇਰ ਬਣਾਈ ਸੀ ਅਤੇ ਇਹੀ ਵਿਵਾਦ ਦਾ ਮੁੱਖ ਕਾਰਨ ਸੀ। ਪਲਾਸੀ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਨਵਾਬ ਦੇ ਪਦ ਨੂੰ ਬਣਾਈ ਰੱਖਿਆ। ਜੋ ਪਲਾਸੀ ਦਾ ਯੁੱਧ ਹੋਇਆ ਸੀ ਉਸ ਤੋਂ ਬਾਅਦ ਵੀ, ਜਿਵੇਂ ਕਿ ਪਹਿਲਾਂ ਮੀਰ ਜਾਫਰ ਨੂੰ ਬਣਾਇਆ ਗਿਆ, ਫਿਰ ਮੀਰ ਕਾਸਮ ਨੂੰ, ਇਹ ਨਵਾਬ ਦੇ ਪਦ ਨੂੰ ਅੰਗਰੇਜ਼ਾਂ ਨੇ ਕਿਉਂ ਬਰਕਰਾਰ ਰੱਖਿਆ ਸੀ? ਇਹਦਾ ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਏ, ਨਵਾਬ ਦੇ ਜੋ ਪਦ ਦੀ ਵਿਵਸਥਾ ਸੀ ਅੰਗਰੇਜ਼ਾਂ ਦੇ ਹਿੱਤਾਂ ਦੇ ਵਿੱਚ ਸੀ, ਕਿਉਂਕਿ ਅੰਗਰੇਜ਼ ਨਵਾਬ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਬਣਾ ਕੇ ਰੱਖਦੇ ਸਨ ਅਤੇ ਜਿਵੇਂ ਮਰਜ਼ੀ ਵਰਤ ਸਕਦੇ ਸਨ, ਇਸ ਲਈ ਉਹਨਾਂ ਨੇ ਇਸ ਪਦ ਨੂੰ ਖਤਮ ਨਹੀਂ ਕੀਤਾ ਅਤੇ ਬਣਾਈ ਰੱਖਿਆ ਸੀ। ਨੈਕਸਟ ਹੈ ਕਿਸ ਮੁਗਲ ਸ਼ਾਸਕ ਨੇ ਈਸਟ ਇੰਡੀਆ ਕੰਪਨੀ ਨੂੰ ਦੀਵਾਨੀ ਪ੍ਰਦਾਨ ਕੀਤੀ? ਅਤੇ ਜੋ ਈਸਟ ਇੰਡੀਆ ਕੰਪਨੀ ਨੇ ਦੀਵਾਨੀ ਪ੍ਰਦਾਨ ਕੀਤੀ ਸੀ ਉਹ ਮੁਗਲ ਸਮਰਾਟ ਸ਼ਾਹ ਆਲਮ II ਨੇ ਕੀਤੀ ਸੀ। ਜੋ ਸ਼ਾਹ ਆਲਮ ਦੂਜਾ ਸੀ, ਇਹ ਤੁਸੀਂ ਯਾਦ ਰੱਖਣਾ ਹੈ, ਉਸਨੇ ਈਸਟ ਇੰਡੀਆ ਕੰਪਨੀ ਨੂੰ ਦੀਵਾਨੀ ਪ੍ਰਦਾਨ ਕੀਤੀ ਸੀ। ਨੈਕਸਟ ਦੇਖ ਲੈਂਦੇ ਹਾਂ ਜੀ। 1765 ਵਿੱਚ ਈਸਟ ਇੰਡੀਆ ਕੰਪਨੀ ਨੂੰ ਬੰਗਾਲ ਦੀ ਦੀਵਾਨੀ ਕਿਸ ਨੇ ਪ੍ਰਦਾਨ ਕੀਤੀ ਸੀ? ਅਤੇ ਜੋ ਈਸਟ ਇੰਡੀਆ ਕੰਪਨੀ ਨੂੰ ਬੰਗਾਲ ਦੀ ਦੀਵਾਨੀ ਦਿੱਤੀ ਗਈ ਸੀ ਉਹ 1765 ਦੇ ਵਿੱਚ ਦਿੱਤੀ ਗਈ ਸੀ ਅਤੇ ਇਹ ਦੀਵਾਨੀ ਦਿੱਤੀ ਸੀ ਮੁਗਲ ਸਮਰਾਟ ਨੇ, ਮੁਗਲ ਸਮਰਾਟ ਸ਼ਾਹ ਆਲਮ ਦੂਜੇ ਨੇ। ਨੈਕਸਟ ਹੈ ਮੁਗਲ ਸਮਰਾਟ ਸ਼ਾਹ ਆਲਮ ਦੂਜੇ ਨੇ ਈਸਟ ਇੰਡੀਆ ਕੰਪਨੀ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਦਾਨ ਕੀਤੀ। ਤਾਂ ਇੱਥੇ ਆ ਗਿਆ ਜੀ ਜੋ ਦੀਵਾਨੀ ਪ੍ਰਦਾਨ ਕੀਤੀ ਗਈ ਸੀ ਉਹ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਪ੍ਰਦਾਨ ਕੀਤੀ ਗਈ ਸੀ। ਅਤੇ ਇਹ ਜੋ ਦੀਵਾਨੀ ਪ੍ਰਦਾਨ ਕੀਤੀ ਗਈ ਸੀ ਇਹ ਆਪਾਂ ਦੱਸਣਾ ਕਦੋਂ ਪ੍ਰਦਾਨ ਕੀਤੀ ਗਈ ਸੀ। 4 ਆਪਸ਼ਨਸ ਨੇ ਅਤੇ ਇਹਨਾਂ 4 ਆਪਸ਼ਨਸ ਦੇ ਵਿੱਚ ਜੋ ਰਾਈਟ ਆਪਸ਼ਨ ਹੈ ਉਹ ਹੈ ਆਪਸ਼ਨ ਨੰਬਰ ਏ, 12 ਅਗਸਤ 1765 ਜੋ ਇਲਾਹਾਬਾਦ ਦੀ ਸੰਧੀ ਹੋਈ ਸੀ ਉਹਦੇ ਤਹਿਤ ਜੋ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਸੀ ਉਹ ਅੰਗਰੇਜ਼ਾਂ ਨੂੰ ਦੇ ਦਿੱਤੀ ਗਈ ਸੀ ਅਤੇ ਇਹ ਸ਼ਾਹ ਆਲਮ ਦੂਜੇ ਨੇ ਦਿੱਤੀ ਸੀ ਜੋ ਕਿ ਮੁਗਲ ਸਮਰਾਟ ਸੀ। ਨੈਕਸਟ ਹੈ ਜੀ 12 ਅਗਸਤ 1765 ਨੂੰ ਅੰਗਰੇਜ਼ਾਂ ਅਤੇ ਮੁਗਲ ਸਮਰਾਟ ਵਿਚਕਾਰ ਸੰਧੀ ਹੋਈ ਸੀ। ਉਹੀ ਸੰਧੀ ਹੈ ਜੀ ਜਿਸ ਦੇ ਤਹਿਤ ਦੀਵਾਨੀ ਦਿੱਤੀ ਗਈ ਸੀ ਅਤੇ ਇਹ ਦੱਸਣੀ ਆਪਾਂ 4 ਆਪਸ਼ਨਸ ਨੇ। ਰਾਈਟ ਆਪਸ਼ਨਸ ਹੈ ਤੁਹਾਨੂੰ ਪਤਾ ਹੀ ਲੱਗ ਹੀ ਗਿਆ ਹੋਵੇਗਾ, ਆਪਸ਼ਨ ਨੰਬਰ ਬੀ, ਇਲਾਹਾਬਾਦ ਦੀ ਸੰਧੀ। ਇਹਦੀ ਤੁਸੀਂ ਡੇਟ ਵੀ ਯਾਦ ਰੱਖਣੀ ਆ, 12 ਅਗਸਤ 1765 ਨੂੰ ਜੋ ਇਲਾਹਾਬਾਦ ਦੀ ਸੰਧੀ ਹੋਈ ਸੀ ਇਸ ਦੇ ਤਹਿਤ ਮੁਗਲ ਸਮਰਾਟ ਸ਼ਾਹ ਆਲਮ ਦੂਜੇ ਨੇ ਈਸਟ ਇੰਡੀਆ ਕੰਪਨੀ ਨੂੰ ਦੀਵਾਨੀ ਦਿੱਤੀ ਸੀ। ਕਿਹੜੀ ਦੀਵਾਨੀ? ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ। ਨੈਕਸਟ ਦੇਖਦੇ ਹਾਂ ਜੀ। ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ, ਕਿਉਂਕਿ ਲਾਈਕ ਅਤੇ ਸ਼ੇਅਰ ਨਾਲ ਹੀ ਸਾਡਾ ਹੌਸਲਾ ਵੱਧਦਾ ਹੈ ਅਤੇ ਇਸ ਨਾਲ ਅਸੀਂ ਤੁਹਾਡੇ ਲਈ ਹੋਰ ਵੀ ਟੌਪਿਕ ਲੈ ਕੇ ਆਵਾਂਗੇ। ਨੈਕਸਟ ਕੁਐਸਚਨ ਹੈ ਕਿਸ ਗਵਰਨਰ ਦੇ ਸਮੇਂ ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਮਿਲੀ? ਇੱਥੇ ਆਪਾਂ ਦੱਸਣਾ ਉਸ ਸਮੇਂ ਗਵਰਨਰ ਕੌਣ ਸੀ ਅੰਗਰੇਜ਼ਾਂ ਦਾ ਜਦੋਂ ਮੁਗਲ ਸਮਰਾਟ ਦੁਆਰਾ ਦੀਵਾਨੀ ਦਿੱਤੀ ਗਈ ਸੀ। ਤਾਂ ਉਸ ਸਮੇਂ ਜੋ ਗਵਰਨਰ ਸੀ ਉਹ ਰੌਬਰਟ ਕਲਾਈਵ ਸੀ। ਰੌਬਰਟ ਕਲਾਈਵ ਉਸ ਸਮੇਂ ਗਵਰਨਰ ਸੀ ਅੰਗਰੇਜ਼ਾਂ ਦਾ। ਨੈਕਸਟ ਹੈ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ
ਡਾਇਰਚੀ ਇਨ ਬੰਗਾਲ। ਡਾਇਰਚੀ ਵੀ ਕਹਿੰਦੇ ਆ ਜੀ ਦੋਹਰੀ ਸ਼ਾਸਨ ਪ੍ਰਣਾਲੀ, ਡਿਊਅਲ ਸਿਸਟਮ। ਇਹ ਕਦੋਂ ਪ੍ਰਣਾਲੀ ਸ਼ੁਰੂ ਹੋਈ ਸੀ? ਤਾਂ ਇਹ ਹੋਈ ਸੀ ਜੀ, 4 ਆਪਸ਼ਨਸ ਨੇ, ਰਾਈਟ ਆਪਸ਼ਨ ਹੈ ਆਪਸ਼ਨ ਨੰਬਰ ਡੀ, ਜੋ ਇਲਾਹਾਬਾਦ ਦੀ ਸੰਧੀ ਹੋਈ ਸੀ ਉਸ ਤੋਂ ਬਾਅਦ ਹੀ ਜੋ ਬੰਗਾਲ ਦੇ ਵਿੱਚ ਦੋਹਰਾ ਸ਼ਾਸਨ ਪ੍ਰਣਾਲੀ ਜਿਹੜੀ ਲਾਗੂ ਕਰ ਦਿੱਤੀ ਗਈ ਸੀ 1765 ਦੇ ਵਿੱਚ। ਕਿਸ ਨੇ ਕੀਤੀ ਸੀ? ਰੌਬਰਟ ਕਲਾਈਵ ਨੇ। ਨੈਕਸਟ ਹੈ ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਕਿਸ ਨੇ ਲੰਘਾਈ? ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਜੋ ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਹੈ ਕਿਸ ਨੇ ਲਗਾਈ ਹੈ। ਅਤੇ ਇਸ ਤੋਂ ਇਲਾਵਾ 1765 ਤੋਂ ਲੈ ਕੇ 72 ਤੱਕ ਇਹ ਰਹੀ ਹੈ, ਇਹ ਡੇਟ ਵੀ ਤੁਸੀਂ ਯਾਦ ਰੱਖਣੀ ਹੈ। 1765 ਤੋਂ ਲੈ ਕੇ 1772 ਤੱਕ ਦੋਹਰੀ ਸ਼ਾਸਨ ਪ੍ਰਣਾਲੀ ਬੰਗਾਲ ਦੇ ਵਿੱਚ ਲਾਗੂ ਰਹੀ ਹੈ ਅਤੇ ਇਹ ਲਗਾਈ ਸੀ ਆਪਸ਼ਨ ਨੰਬਰ ਬੀ, ਰੌਬਰਟ ਕਲਾਈਵ ਨੇ ਇਹ ਲਗਾਈ ਸੀ। ਨੈਕਸਟ ਦੇਖਦੇ ਹਾਂ ਜੀ, ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਕਿਸ ਨੇ ਖਤਮ ਕੀਤੀ? ਤਾਂ ਹੁਣ ਇੱਥੇ ਪੁੱਛਿਆ ਜਾ ਰਿਹਾ ਹੈ ਖਤਮ ਕਿਸ ਨੇ ਕੀਤੀ। 4 ਆਪਸ਼ਨਸ ਨੇ, ਕਲਾਈਵ, ਕਾਰਨਵਾਲਿਸ, ਡਲਹੌਜੀ। ਤਾਂ ਖਤਮ ਕੀਤੀ ਸੀ ਆਪਸ਼ਨ ਨੰਬਰ ਡੀ, ਵਾਰਨ ਹੇਸਟਿੰਗਸ ਨੇ। 1772 ਦੇ ਵਿੱਚ ਉਸਨੇ ਇਸ ਦੋਹਰੀ ਸ਼ਾਸਨ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਸੀ। ਬੰਗਾਲ ਦੇ ਨਵਾਬ ਦੁਆਰਾ ਕੰਪਨੀ ਨੂੰ ਦਿੱਤੀ ਦੀਵਾਨੀ ਵਿੱਚ ਸ਼ਾਮਲ ਨਹੀਂ ਸੀ। ਤਾਂ ਜੋ ਬੰਗਾਲ ਦੇ ਨਵਾਬ ਨੇ ਕੰਪਨੀ ਨੂੰ ਦੀਵਾਨੀ ਦਿੱਤੀ ਸੀ ਉਸ ਦੇ ਵਿੱਚ ਮੁਜ਼ੱਫਰਪੁਰ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਮੁਜ਼ੱਫਰਪੁਰ ਨਹੀਂ ਦਿੱਤਾ ਸੀ ਦੀਵਾਨੀ ਦੇ ਵਿੱਚ, ਬਾਕੀ ਤਿੰਨੋਂ ਦਿੱਤੇ ਸਨ। ਬੰਗਾਲ ਦੇ ਨਵਾਬ ਨੇ ਮੁਜ਼ੱਫਰਪੁਰ ਨੂੰ ਨਹੀਂ ਦਿੱਤਾ ਸੀ। ਦਾਨਪੁਰ ਦਾ ਇਲਾਕਾ ਕੰਪਨੀ ਨੂੰ ਕਿਸ ਨੇ ਦਿੱਤਾ ਸੀ? ਜੋ ਦਾਨਪੁਰ ਦਾ ਇਲਾਕਾ ਸੀ ਇਹ ਮੀਰ ਕਾਸਮ ਨੇ ਕੰਪਨੀ ਨੂੰ ਦੇ ਦਿੱਤਾ ਸੀ, ਦਾਨਪੁਰ ਦਾ ਇਲਾਕਾ। ਨੈਕਸਟ ਦੇਖਦੇ ਹਾਂ ਜੀ, ਆਪਾਂ ਇੱਥੇ ਮਿਲਾਨ ਕਰਨੇ ਆ ਜੀ। 4 ਰਾਜ ਦਿੱਤੇ ਹਨ ਅਤੇ ਇਹਨਾਂ ਰਾਜਾਂ ਦੇ ਸੰਸਥਾਪਕ ਕੌਣ ਹਨ? ਹੈਦਰਾਬਾਦ ਦਾ ਜੋ ਸੰਸਥਾਪਕ ਸੀ, ਮਿਲਾਨ ਕੀਤਾ ਹੀ ਹੋਇਆ ਜੀ, ਤੁਸੀਂ ਦੇਖ ਸਕਦੇ ਹੋ। ਹੈਦਰਾਬਾਦ ਦਾ ਜੋ ਸੰਸਥਾਪਕ ਹੈ ਨਿਜ਼ਾਮ ਉਲ ਮੁਲਕ, ਇਸ ਨੇ ਹੈਦਰਾਬਾਦ ਬਣਾਇਆ ਸੀ ਜੀ, ਸੰਸਥਾਪਕ ਹੈ। ਉਸ ਤੋਂ ਬਾਅਦ ਬੰਗਾਲ ਦਾ ਸੀ ਮੁਰਸ਼ਿਦ ਕੁਲੀ ਖਾਂ। ਅਤੇ ਜੋ ਬੰਗਾਲ ਦੀ ਸਥਾਪਨਾ ਕੀਤੀ ਸੀ, ਇਸ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ, ਬੰਗਾਲ ਇੰਪੋਰਟੈਂਟ ਹੈ। ਬੰਗਾਲ ਦੀ ਸਥਾਪਨਾ ਕੀਤੀ ਸੀ ਜੋ ਇਸ ਦਾ ਸੰਸਥਾਪਕ ਸੀ ਉਹ ਮੁਰਸ਼ਿਦ ਕੁਲੀ ਖਾਂ ਸੀ। ਆਬਦਤ ਦੀ ਗੱਲ ਕੀਤੀ ਜਾਵੇ ਤਾਂ ਸਤਾਦਤ ਅਲੀ ਖਾਂ, ਅਤੇ ਅਰਕਾਡ ਦੀ ਗੱਲ ਕੀਤੀ ਜਾਵੇ ਤਾਂ ਸਤਾਦੁਤ ਉੱਲਾ ਖਾਂ। ਨੈਕਸਟ ਹੈ ਬੰਗਾਲ ਵਿੱਚ ਇਜਾਰੇਦਾਰੀ ਪ੍ਰਥਾ ਕਿਸ ਨੇ ਚਲਾਈ ਸੀ? 4 ਆਪਸ਼ਨਸ ਨੇ, ਅਲਵਰਦੀ ਖਾਂ, ਮੁਰਸ਼ਿਦ ਕੁਲੀ ਖਾਂ, ਸਿਰਾਜੁਦੌਲਾ, ਸਰਫਰਾਜ਼ ਖਾਂ। ਅਤੇ ਰਾਈਟ ਆਪਸ਼ਨ ਜੋ ਹੈ ਉਹ ਹੈ ਮੁਰਸ਼ਿਦ ਕੁਲੀ ਖਾਂ, ਕਿਉਂਕਿ ਮੁਰਸ਼ਿਦ ਕੁਲੀ ਖਾਂ ਹੀ ਸੀ ਉਹ ਬੰਗਾਲ ਦਾ ਸੰਸਥਾਪਕ ਸੀ ਅਤੇ ਉਸ ਦੇ ਦੁਆਰਾ ਹੀ ਇਹ ਪ੍ਰਥਾ ਲਾਗੂ ਰਹੀ ਸੀਗੀ, ਇਜਾਰੇਦਾਰੀ ਦੀ ਪ੍ਰਥਾ। ਨੈਕਸਟ ਹੈ ਮੁਰਸ਼ਿਦ ਕੁਲੀ ਖਾਂ ਮੂਲਤਾ ਕੀ ਸੀ? ਮੂਲ ਰੂਪ ਵਿੱਚ ਉਹ ਕੀ ਸੀ? 4 ਆਪਸ਼ਨਸ ਨੇ, ਫਾਰਸੀ, ਇਰਾਨੀ, ਅਫਗਾਨ। ਤਾਂ ਇਹਦੇ ਵਿੱਚ ਜੋ ਰਾਈਟ ਆਪਸ਼ਨ ਦਿੱਤਾ ਗਿਆ ਹੈ, ਰਾਈਟ ਆਪਸ਼ਨ ਜੋ ਹੈ ਉਹ ਹੈ ਆਪਸ਼ਨ ਨੰਬਰ ਡੀ, ਦੱਖਣ ਭਾਰਤੀ ਬ੍ਰਾਹਮਣ ਸੀ ਮੁਰਸ਼ਿਦ ਕੁਲੀ ਖਾਂ। ਨੈਕਸਟ ਦੇਖਦੇ ਆ ਜੀ, ਸਾਰੇ ਰਿਪੀਟਡ ਕੁਐਸਚਨਸ ਨੇ, ਸਾਰਿਆਂ ਨੂੰ ਤੁਸੀਂ ਜ਼ਰੂਰ ਲਰਨ ਕਰ ਲੈਣਾ ਹੈ। ਇਲਾਹਾਬਾਦ ਸੰਧੀ ਤੋਂ ਬਾਅਦ ਰੌਬਰਟ ਕਲਾਈਵ ਨੂੰ ਮੁਰਸ਼ਿਦਾਬਾਦ ਦਾ ਉਪ ਦੀਵਾਨ ਕਿਸ ਨੂੰ ਬਣਾਇਆ? ਤਾਂ ਉਪ ਦੀਵਾਨ ਦੀ ਪ੍ਰਥਾ ਵੀ ਚੱਲ ਪਈ ਸੀ ਜੀ, ਅਤੇ ਮੁਰਸ਼ਿਦਾਬਾਦ ਦਾ ਇਲਾਕਾ ਇੰਪੋਰਟੈਂਟ ਸੀ। ਉਹਦੇ ਵਿੱਚ ਜੋ ਰੌਬਰਟ ਕਲਾਈਵ ਨੇ ਉਪ ਦੀਵਾਨ ਬਣਾਇਆ ਸੀ ਉਹ ਬਣਾਇਆ ਸੀ ਮੁਹੰਮਦ ਰਜ਼ਾ ਖਾਂ ਨੂੰ ਉਪ ਦੀਵਾਨ ਬਣਾਇਆ ਸੀ। ਇਸ ਤੋਂ ਇਲਾਵਾ ਬਿਹਾਰ ਦਾ ਇਲਾਕਾ ਵੀ ਇੰਪੋਰਟੈਂਟ ਸੀ। ਬਿਹਾਰ ਦੇ ਵਿੱਚ ਵੀ ਉਪ ਦੀਵਾਨ ਜਿਹੜਾ ਬਣਾਇਆ ਗਿਆ ਸੀ, ਬਿਹਾਰ ਦੇ ਵਿੱਚ ਜੋ ਬਣਾਇਆ ਗਿਆ ਸੀ ਉਪ ਦੀਵਾਨ ਉਹ ਬਣਾਇਆ ਗਿਆ ਸੀ ਸਿਤਾਬ ਰਾਏ ਨੂੰ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਰੌਬਰਟ ਕਲਾਈਵ ਨੇ ਮੁਰਸ਼ਿਦਾਬਾਦ ਦਾ ਉਪ ਦੀਵਾਨ ਬਣਾਇਆ ਸੀ ਮੁਹੰਮਦ ਰਜ਼ਾ ਖਾਂ ਨੂੰ ਅਤੇ ਬਿਹਾਰ ਦਾ ਉਪ ਦੀਵਾਨ ਬਣਾਇਆ ਸੀ ਸਿਤਾਬ ਰਾਏ ਨੂੰ। ਨੈਕਸਟ ਹੈ 1765 ਦੀ ਸੰਧੀ ਤੋਂ ਬਾਅਦ ਅੰਗਰੇਜ਼ ਸਭ ਤੋਂ ਪਹਿਲਾਂ ਕਿਸ ਜਨਜਾਤੀ ਦੇ ਸੰਬੰਧ ਵਿੱਚ ਆਏ? ਜੋ 1765 ਦੀ ਸੰਧੀ ਹੋਈ ਸੀ ਅੰਗਰੇਜ਼ਾਂ ਦੀ, ਜੋ ਇਲਾਹਾਬਾਦ ਦੀ ਸੰਧੀ ਸੀ, ਉਹਦੇ ਵਿੱਚ ਉਹ ਸਭ ਤੋਂ ਪਹਿਲਾਂ ਸੰਪਰਕ ਵਿੱਚ ਆਏ ਸੀ। 4 ਆਪਸ਼ਨ ਨੇ, ਗਾਰੋ, ਖਾਸੀ, ਕੁਕੀ, ਟਿਪਹਾਰ। ਅਤੇ ਰਾਈਟ ਆਪਸ਼ਨ ਹੈ ਖਾਸੀ। ਜੋ ਖਾਸੀ ਜਨਜਾਤੀ ਸੀ ਉਸ ਨਾਲ ਉਹਨਾਂ ਦਾ ਵਿਦਰੋਹ ਵੀ ਹੋਇਆ ਸੀ, ਉਹਨਾਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਖਾਸੀ ਜਾਤੀ ਨੇ ਵਿਰੋਧ ਕੀਤਾ ਸੀ ਅੰਗਰੇਜ਼ਾਂ ਦਾ, ਤਾਂ ਉਸ ਦੇ ਸੰਪਰਕ ਵਿੱਚ ਆਏ ਸਨ। ਰਾਈਟ ਆਪਸ਼ਨ ਹੋਵੇਗਾ ਆਪਸ਼ਨ ਨੰਬਰ ਬੀ, ਖਾਸੀ। ਨੈਕਸਟ ਹੈ 18ਵੀਂ ਸ਼ਤਾਬਦੀ ਦੇ ਯੁੱਧਾਂ ਦਾ ਸਹੀ ਕ੍ਰਮ ਲਿਖੋ। ਤਾਂ ਇੱਥੇ ਕੁਝ ਯੁੱਧ ਨੇ ਜੋ 18ਵੀਂ ਸ਼ਤਾਬਦੀ ਦੇ ਵਿੱਚ ਲੜੇ ਗਏ ਸਨ, ਇਹਨਾਂ ਯੁੱਧਾਂ ਦਾ ਆਪਾਂ ਸਹੀ ਕ੍ਰਮ ਦੱਸਣਾ। ਸਹੀ ਕ੍ਰਮ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਆਪਸ਼ਨ ਨੰਬਰ ਬੀ ਹੈ ਜੋ ਕਰੈਕਟ ਹੈ। ਪਹਿਲਾਂ ਅੰਬਰ ਯੁੱਧ ਆਏਗਾ, ਫਿਰ ਹੈ ਪਲਾਸੀ ਦਾ ਯੁੱਧ, ਫਿਰ ਵਾਡੀਵਾਸ਼ ਦਾ ਯੁੱਧ। ਵਾਡੀਵਾਸ਼ ਦਾ ਯੁੱਧ ਇੰਪੋਰਟੈਂਟ ਹੈ, 1760 ਦੇ ਵਿੱਚ ਹੋਇਆ ਸੀ। ਪਲਾਸੀ ਦਾ 1757 ਦੇ ਵਿੱਚ, ਬਕਸਰ 1764 ਦੇ ਵਿੱਚ। ਅੰਬਰ ਦਾ ਯੁੱਧ ਉਸ ਤੋਂ ਪਹਿਲਾਂ ਹੋ ਗਿਆ ਸੀ ਕੁਛ ਸਮਾਂ। ਅਤੇ ਤੁਸੀਂ ਰਾਈਟ ਕ੍ਰਮ ਤੁਸੀਂ ਯਾਦ ਰੱਖਣਾ ਹੈ, ਅੰਬਰ ਯੁੱਧ, ਪਲਾਸੀ ਯੁੱਧ, ਵਾਡੀਵਾਸ਼ ਯੁੱਧ, ਬਕਸਰ ਯੁੱਧ। ਨੈਕਸਟ ਇੰਪੋਰਟੈਂਟ ਕੁਐਸਚਨ ਦੇਖਦੇ ਹਾਂ ਜੀ, ਜੋ ਵਾਡੀਵਾਸ਼ ਦਾ ਯੁੱਧ ਹੋਇਆ ਸੀ 1760 ਦੇ ਵਿੱਚ,
ਉਹਦੇ ਵਿੱਚ ਕਿਸ ਨੂੰ ਹਰਾਇਆ ਸੀ? 4 ਆਪਸ਼ਨਸ ਨੇ। ਫਰੈਂਚ ਨੇ ਬ੍ਰਿਟਿਸ਼ ਨੂੰ, ਬ੍ਰਿਟਿਸ਼ ਨੇ ਡੱਚ ਨੂੰ, ਬ੍ਰਿਟਿਸ਼ ਨੇ ਫਰੈਂਚ ਨੂੰ, ਡੱਚ ਨੇ ਬ੍ਰਿਟਿਸ਼ ਨੂੰ। ਤਾਂ ਇਹਦੇ ਵਿੱਚ ਆਪਸ਼ਨ ਨੰਬਰ ਸੀ ਕਰੈਕਟ ਹੈ। ਜੋ ਬ੍ਰਿਟਿਸ਼ ਸਨ ਉਹਨਾਂ ਨੇ ਫਰੈਂਚ ਨੂੰ ਹਰਾਇਆ ਸੀ ਵਾਂਡੀਵਾਸ਼ ਦੇ ਯੁੱਧ ਦੇ ਵਿੱਚ। ਨੈਕਸਟ ਦੇਖਦੇ ਹਾਂ, ਕਿਹੜੇ ਯੁੱਧ ਨੇ ਭਾਰਤ ਵਿੱਚ ਅੰਗਰੇਜ਼ਾਂ ਨੂੰ ਪ੍ਰਭੁਤਵ ਆਰੰਭ ਕੀਤਾ? ਤਾਂ ਇੱਥੇ ਆਰੰਭ ਕੀਤੇ ਦੀ ਗੱਲ ਹੋਈ ਹੈ, ਇਸ ਨੂੰ ਤੁਸੀਂ ਨੋਟ ਕਰ ਲੈਣਾ ਹੈ। ਆਰੰਭ ਜਿੱਥੇ ਆਵੇਗਾ ਉੱਥੇ ਆ ਪਲਾਸੀ ਦਾ ਯੁੱਧ। ਨੈਕਸਟ ਦੇਖਦੇ ਹਾਂ, ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਦੀ ਪ੍ਰਮੁੱਖ ਨਿਰਣਾਇਕ ਸਫਲਤਾ ਮੰਨੀ ਜਾਂਦੀ ਹੈ। ਅਤੇ ਇੱਥੇ ਪ੍ਰਮੁੱਖ ਤੁਸੀਂ ਯਾਦ ਰੱਖਣਾ ਆਰੰਭ ਪ੍ਰਮੁੱਖ। ਅਤੇ ਇਹਦੇ ਵਿੱਚ ਜੋ ਰਾਈਟ ਆਪਸ਼ਨ ਆਵੇਗਾ ਉਹ ਹੈ ਪਲਾਸੀ ਦੀ ਲੜਾਈ। ਅਤੇ ਜਿੱਥੇ ਆਰੰਭ ਪ੍ਰਮੁੱਖ ਆ ਰਿਹਾ ਇਹਨੂੰ ਥੋੜ੍ਹਾ ਤੁਸੀਂ ਨੋਟ ਕਰ ਲੈਣਾ, ਪ੍ਰੈਕਟਿਸ ਕਰ ਲੈਣੀ। ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਹਨ। ਪਲਾਸੀ ਦਾ ਯੁੱਧ ਆਵੇਗਾ। ਨੈਕਸਟ ਹੈ, ਅੰਗਰੇਜ਼ਾਂ ਈਸਟ ਇੰਡੀਆ ਕੰਪਨੀ ਦੁਆਰਾ ਲੜੇ ਗਏ ਯੁੱਧਾਂ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਨਿਰਣਾਇਕ ਯੁੱਧ ਸੀ ਉਹਨਾਂ ਲਈ? ਸਭ ਤੋਂ ਨਿਰਣਾਇਕ ਪੁੱਛਿਆ ਜਾ ਰਿਹਾ ਹੈ। ਅਤੇ ਇੱਥੇ ਆਵੇਗਾ ਜੀ ਬਕਸਰ ਦਾ ਯੁੱਧ। ਇਸ ਨੂੰ ਤੁਸੀਂ ਯਾਦ ਰੱਖਣਾ ਹੈ ਕਿਉਂਕਿ ਬਕਸਰ ਦੇ ਯੁੱਧ ਤੋਂ ਬਾਅਦ ਹੀ ਉਹਨਾਂ ਨੂੰ ਦੀਵਾਨੀ ਮਿਲੀ ਸੀ ਬਿਹਾਰ, ਬੰਗਾਲ ਅਤੇ ਉੜੀਸਾ ਦੀ। ਅਤੇ ਇਸ 'ਤੇ ਤੁਸੀਂ ਜਦੋਂ ਸਟੇਟਮੈਂਟ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਦੇਖ ਸਕਦੇ ਹੋ ਕਿਉਂਕਿ ਸਭ ਤੋਂ ਪ੍ਰਮੁੱਖਾਂ 'ਚ ਕਿਹਾ ਗਿਆ ਤਾਂ ਬਕਸਰ ਦਾ ਯੁੱਧ ਆਵੇਗਾ। ਜੋ ਉੱਪਰਲੇ 2 ਕੁਐਸਚਨ ਸੀ ਇਹਦੇ ਵਿੱਚ ਇਕੱਲੇ ਪ੍ਰਮੁੱਖ ਕਿਹਾ ਗਿਆ ਸੀ ਅਤੇ ਇਸ ਦੇ ਵਿੱਚ ਪ੍ਰਮੁੱਖ ਨਹੀਂ ਕਿਹਾ ਗਿਆ ਸੀ। ਜੋ ਲਾਸਟ ਵਾਲਾ ਤੀਸਰਾ ਕੁਐਸਚਨ ਹੈ ਇਸ ਦੇ ਵਿੱਚ ਪ੍ਰਮੁੱਖ ਨਹੀਂ ਕਿਹਾ ਗਿਆ ਸੀ, ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਕਿਹਾ ਗਿਆ ਸੀ। ਅਤੇ ਸਭ ਤੋਂ ਇੰਪੋਰਟੈਂਟ ਦੇ ਵਿੱਚ ਬਕਸਰ ਆਵੇਗਾ ਅਤੇ ਉੱਪਰਲੇ ਦੋਵਾਂ ਦੇ ਵਿੱਚ ਪ੍ਰਮੁੱਖ ਕਿਹਾ ਗਿਆ ਸੀ। ਅਤੇ ਇੱਥੇ ਆਵੇਗਾ ਪਲਾਸੀ ਦੀ ਲੜਾਈ। ਤਾਂ ਇਹ ਸੀ ਜੀ ਆਪਣਾ ਅੱਜ ਦਾ ਇੰਪੋਰਟੈਂਟ ਟੌਪਿਕ। ਆਈ ਹੋਪ ਤੁਹਾਨੂੰ ਇਹ ਟੌਪਿਕ ਬਿਲਕੁਲ ਕਲੀਅਰ ਹੋ ਗਿਆ ਹੋਵੇਗਾ। ਅਤੇ ਸਾਡੇ ਹੌਸਲੇ ਲਈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਲਾਈਕ ਅਤੇ ਸ਼ੇਅਰ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਅਤੇ ਇਸੇ ਤਰ੍ਹਾਂ ਅਸੀਂ ਹੋਰ ਟੌਪਿਕ ਵੀ ਤੁਹਾਨੂੰ ਰੈਗੂਲਰ ਪ੍ਰੋਵਾਈਡ ਕਰਾਂਗੇ।